गुरु रू प्यारी साध संगत जी, वाहिगुरु जी का खालसा वाहिगुरु जी की फतेह। प्रोफैसर पूरन सिंह जी की एक अमोलक लिखत है, नाम अते सिमरन। आओ उस दा अखीरला भाग सरवण करन की कोशिश करिए जी। लड़ी नूं जोड़न लई पिछले भाग दीआं कुछ सतरां दुबारा पढ़ियां जा रहीआं हैं जी। ਜਦੋਂ ਉਹ ਆਪਣੇ ਇਸ ਆਤਮ ਕੇਂਦਰ ਵਿੱਚ ਸਥਿਤ ਹੁੰਦਾ ਹੈ ਤਾਂ ਆਤਮਕ ਸੁਤੰਤਰਤਾ ਦੇ ਅਧਿਆਤਮਕ ਮੰਡਲ ਦੀਆਂ ਦੈਵ ਆਤਮਾਵਾਂ ਦਾ ਉਸ ਉਤੇ ਨਦਰ ਕਰਮ ਹੁੰਦਾ ਹੈ ਅਤੇ ਉਸ ਦੀਆਂ ਇੱਛਾਵਾਂ ਗਤੀਸ਼ੀਲ ਅਵਸਥਾ ਵਿੱਚ ਹੁੰਦੀਆਂ ਹਨ। ਇਸ ਅਵਸਥਾ ਵਿੱਚ ਉਹ ਮਨੁੱਖ ਭਲਾਈ ਦੇ ਸਰਵਉੱਚ ਕਰਮ ਕਰ ਸਕਦਾ ਹੈ। ਇਸ ਆਤਮਕ ਕੁੰਡ ਵਿੱਚ ਸਥਿਰ ਹੋ ਕੇ ਉਹ ਵਧੇਰੇ ਕਰਮਸ਼ੀਲ ਹੋ ਸਕਦਾ ਹੈ ਅਤੇ ਕਿਸੇ ਵਿਅਕਤੀ ਲਈ ਆਪਣੇ ਇਸ ਨਿਜ ਕੇਂਦਰ ਤੋਂ ਬਾਹਰ ਆ ਕੇ ਸਰੀਰਕ ਸਹਾਇਤਾ ਜਾਂ ਮਾਨਸਿਕ ਹਮਦਰਦੀ ਕਰਨ ਨਾਲੋਂ ਵਧੇਰੇ ਕੁਝ ਕਰ ਸਕਦਾ ਹੈ। ਉਸ ਦਾ ਪਰਉਪਕਾਰਵਾਦ ਆਤਮਕ ਸਰੂਪ ਵਾਲਾ ਹੁੰਦਾ ਹੈ। ਜਿਹੜੇ ਵਿਅਕਤੀ ਟੁੱਟੀ ਫੁੱਟੀ ਆਤਮਾ ਵਾਲੇ ਹੁੰਦੇ ਹਨ ਜਾਂ ਮਾਨਸਿਕ ਤੇ ਸਰੀਰਕ ਪਸਾਰੇ ਕਾਰਨ ਡੂੰਘੀ ਨਿਰਾਸ਼ਾ ਵਿੱਚ ਹੁੰਦੇ ਹਨ, ਉਹਨਾਂ ਨੂੰ ਅਜਿਹਾ ਆਤਮਕ ਪੁਰਸ਼ ਸੰਪੂਰਨ ਬਣਾ ਦਿੰਦਾ ਹੈ ਤੇ ਉਹ ਵਿਸ਼ਵਾਸ ਵਿੱਚ ਚਮਕ ਉੱਠਦੇ ਹਨ। ਫਿਰ ਦੁਹਰਾ ਦਈਏ, ਇਸ ਆਤਮਕ ਕੁੰਡ ਵਿੱਚ ਸਥਿਰ ਹੋ ਕੇ ਉਹ ਵਧੇਰੇ ਕਰਮਸ਼ੀਲ ਹੋ ਸਕਦਾ ਹੈ ਅਤੇ ਕਿਸੇ ਵਿਅਕਤੀ ਲਈ ਆਪਣੇ ਇਸ ਨਿਜ ਕੇਂਦਰ ਤੋਂ ਬਾਹਰ ਆ ਕੇ ਸਰੀਰਕ ਸਹਾਇਤਾ ਜਾਂ ਮਾਨਸਿਕ ਹਮਦਰਦੀ ਕਰਨ ਨਾਲੋਂ ਵਧੇਰੇ ਕੁਝ ਕਰ ਸਕਦਾ ਹੈ। ਉਸ ਦਾ ਪਰਉਪਕਾਰਵਾਦ ਆਤਮਕ ਸਰੂਪ ਵਾਲਾ ਹੁੰਦਾ ਹੈ। ਜਿਹੜੇ ਵਿਅਕਤੀ ਟੁੱਟੀ ਫੁੱਟੀ ਆਤਮਾ ਵਾਲੇ ਹੁੰਦੇ ਹਨ ਜਾਂ ਮਾਨਸਿਕ ਤੇ ਸਰੀਰਕ ਪਸਾਰੇ ਕਾਰਨ ਡੂੰਘੀ ਨਿਰਾਸ਼ਾ ਵਿੱਚ ਹੁੰਦੇ ਹਨ, ਉਹਨਾਂ ਨੂੰ ਅਜਿਹਾ ਆਤਮਕ ਪੁਰਸ਼ ਸੰਪੂਰਨ ਬਣਾ ਦਿੰਦਾ ਹੈ ਤੇ ਉਹ ਵਿਸ਼ਵਾਸ ਵਿੱਚ ਚਮਕ ਉੱਠਦੇ ਹਨ। ਉਹ ਸਾਰੇ ਕਵੀ ਜੋ ਸ਼ਾਨਦਾਰ ਰੂਪ ਵਿੱਚ ਨਿਰਾਸ਼ਾਵਾਦੀ ਹੁੰਦੇ ਹਨ, ਵਾਸਤਵ ਵਿੱਚ ਮਾਨਸਿਕ ਤੌਰ ਤੇ ਵਧੇਰੇ ਸ਼ਕਤੀਸ਼ਾਲੀ ਹੁੰਦੇ ਹਨ। ਇਹ ਉਦਾਤ ਉਤੇਜਨਾ ਦੀ ਅਵਸਥਾ ਵਿੱਚ ਹੁੰਦੇ ਹਨ। ਹਾਲੇ ਉਹਨਾਂ ਨੂੰ ਆਤਮਾ ਦਾ ਉਹ ਅਨੁਭਵ ਪ੍ਰਾਪਤ ਨਹੀਂ ਹੋਇਆ ਹੁੰਦਾ ਜਿਸ ਨੂੰ ਗੁਰੂ ਨਾਨਕ ਨਾਮ ਦੀ ਸੰਗਿਆ ਦਿੰਦੇ ਹਨ, ਜਿਸ ਬਾਰੇ ਉਹਨਾਂ ਦਾ ਕਥਨ ਹੈ ਕਿ ਇਸ ਨਾਮ ਤੋਂ ਬਿਨਾਂ ਇਹ ਜੀਵਨ ਨਿਤ ਜਲਦਾ ਰਹਿੰਦਾ ਹੈ। ਗੁਰੂ ਸਾਹਿਬ ਦੀ ਨਦਰ ਕਰਮ ਵਿੱਚ ਨਿਰਛਲ ਭੋਲੇ ਭਾਲੇ ਬਾਲ ਆਤਮਕ ਤੌਰ ਤੇ ਸੰਸਾਰਕ ਕਵੀਆਂ ਤੋਂ ਚਿਹਰੇ ਹੁੰਦੇ ਹਨ। ਜਪਜੀ ਵਿੱਚ ਕਥਨ ਹੈ, ਨਾਨਕ ਭਗਤਾਂ ਸਦਾ ਵਿਗਾਸ। ਜਦੋਂ ਅਸੀਂ ਅਜਿਹੇ ਵਿਅਕਤੀ ਤੋਂ ਪੁੱਛਦੇ ਹਾਂ ਕਿ ਇਹ ਅਵਸਥਾ ਕਿਸ ਪ੍ਰਕਾਰ ਦੀ ਹੈ ਤੇ ਕਿਸ ਤਰ੍ਹਾਂ ਪ੍ਰਾਪਤ ਹੋਈ ਹੈ, ਤਾਂ ਉਹ ਇਸ ਬਾਰੇ ਕੋਈ ਵੀ ਕਥਨ ਕਰਨ ਨੂੰ ਤਿਆਰ ਨਹੀਂ ਹੁੰਦਾ। ਉਹ ਕੁਝ ਇਸ ਪ੍ਰਕਾਰ ਦਾ ਉੱਤਰ ਹੀ ਦਿੰਦਾ ਹੈ ਕਿ ਮੈਂ ਤਾਂ ਇੱਕ ਅਜਿਹਾ ਜੀਵਨ ਜੀ ਰਿਹਾ ਹਾਂ ਜਿਸ ਦਾ ਮੈਂ ਵਰਣਨ ਨਹੀਂ ਕਰ ਸਕਦਾ ਅਤੇ ਮੇਰਾ ਕਿਸੇ ਸਦਾ ਵਿਗਾਸੀ ਰਹਿਣ ਵਾਲੀ ਜੀਵਨ ਧਾਰਾ ਨਾਲ ਸੰਬੰਧ ਜਾ ਜੁੜਿਆ ਹੈ। ਇਸ ਨਦੀ ਵਰਗੇ ਪ੍ਰਵਾਹ ਵਿੱਚ ਮੈਨੂੰ ਇੰਜ ਆਭਾਸ ਹੁੰਦਾ ਹੈ ਕਿ ਮੈਂ ਸੱਚਮੁੱਚ ਜੀਵਦਾ ਹਾਂ। ਜਦੋਂ ਮੈਂ ਇਸ ਧਾਰਾ ਨਾਲੋਂ ਟੁੱਟ ਜਾਂਦਾ ਹਾਂ ਤਾਂ ਮੇਰੀ ਹਾਲਤ ਮੁਰਦੇ ਵਰਗੀ ਹੋ ਜਾਂਦੀ ਹੈ। ਫਿਰ ਦੁਹਰਾ ਦਈਏ, ਜਪਜੀ ਵਿੱਚ ਕਥਨ ਹੈ, ਨਾਨਕ ਭਗਤਾਂ ਸਦਾ ਵਿਗਾਸ। ਜਦੋਂ ਅਸੀਂ ਅਜਿਹੇ ਵਿਅਕਤੀ ਤੋਂ ਪੁੱਛਦੇ ਹਾਂ ਕਿ ਇਹ ਅਵਸਥਾ ਕਿਸ ਪ੍ਰਕਾਰ ਦੀ ਹੈ ਤੇ ਕਿਸ ਤਰ੍ਹਾਂ ਪ੍ਰਾਪਤ ਹੋਈ ਹੈ, ਤਾਂ ਉਹ ਇਸ ਬਾਰੇ ਕੋਈ ਵੀ ਕਥਨ ਕਰਨ ਨੂੰ ਤਿਆਰ ਨਹੀਂ ਹੁੰਦਾ। ਉਹ ਕੁਝ ਇਸ ਪ੍ਰਕਾਰ ਦਾ ਉੱਤਰ ਹੀ ਦਿੰਦਾ ਹੈ ਕਿ ਮੈਂ ਤਾਂ ਇੱਕ ਅਜਿਹਾ ਜੀਵਨ ਜੀ ਰਿਹਾ ਹਾਂ ਜਿਸ ਦਾ ਮੈਂ ਵਰਣਨ ਨਹੀਂ ਕਰ ਸਕਦਾ ਅਤੇ ਮੇਰਾ ਕਿਸੇ ਸਦਾ ਵਿਗਾਸੀ ਰਹਿਣ ਵਾਲੀ ਜੀਵਨ ਧਾਰਾ ਨਾਲ ਸੰਬੰਧ ਜਾ ਜੁੜਿਆ ਹੈ। ਇਸ ਨਦੀ ਵਰਗੇ ਪ੍ਰਵਾਹ ਵਿੱਚ ਮੈਨੂੰ ਇੰਜ ਆਭਾਸ ਹੁੰਦਾ ਹੈ ਕਿ ਮੈਂ ਸੱਚਮੁੱਚ ਜੀਵਦਾ ਹਾਂ। ਜਦੋਂ ਮੈਂ ਇਸ ਧਾਰਾ ਨਾਲੋਂ ਟੁੱਟ ਜਾਂਦਾ ਹਾਂ ਤਾਂ ਮੇਰੀ ਹਾਲਤ ਮੁਰਦੇ ਵਰਗੀ ਹੋ ਜਾਂਦੀ ਹੈ। ਉਹ ਇਹ ਵੀ ਦੱਸੇਗਾ ਕਿ ਅਜਿਹੀ ਅਵਸਥਾ ਦੀ ਪ੍ਰਾਪਤੀ ਬਾਰੇ ਨਾ ਤਾਂ ਕੋਈ ਸਿੱਖਿਆ ਦਿੱਤੀ ਜਾ ਸਕਦੀ ਹੈ, ਨਾ ਹੀ ਉਸ ਦਾ ਵਰਣਨ ਕੀਤਾ ਜਾ ਸਕਦਾ ਹੈ। ਜਿਨ੍ਹਾਂ ਉੱਤੇ ਪ੍ਰਭੂ ਦੀ ਕਿਰਪਾ ਹੁੰਦੀ ਹੈ ਉਹ ਸੁਭਾਗੇ ਹੁੰਦੇ ਹਨ, ਉਹ ਹੀ ਇਸ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਨ। ਇਹੋ ਹੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ। ਭਗਤੀ ਭਾਵਨਾ ਜਾਂ ਸਿੱਖੀ ਸੰਪੂਰਨ ਰੂਪ ਵਿੱਚ ਆਤਮਕ ਚੇਤਨਤਾ ਦੀ ਅਵਸਥਾ ਹੁੰਦੀ ਹੈ। ਨਾਮ ਤੇ ਸਿਮਰਨ ਸੁਤੇ ਸਿੱਧ ਜਾਂ ਆਵੇਸ਼ ਦੀਆਂ ਉਹ ਪਰਿਸਥਿਤੀਆਂ ਹੁੰਦੀਆਂ ਹਨ ਜੋ ਉਸ ਪ੍ਰੇਰਨਾ ਦੀ ਸਵੱਛ ਚਾਂਦੀ ਧਾਰ ਨਾਲ ਜਾ ਜੁੜਦੀਆਂ ਹਨ
ਅਤੇ ਜੋ ਉਸ ਵਿਅਕਤੀ ਨੂੰ ਉਹਨਾਂ ਗੁਰੂ ਆਤਮਾਵਾਂ ਨਾਲ ਜੋੜ ਦਿੰਦੀਆਂ ਹਨ ਜੋ ਉਹਨਾਂ ਦੇ ਤਨ ਤੇ ਮਨ ਨੂੰ ਮੱਲੀ ਬੈਠੇ ਹੁੰਦੇ ਹਨ। ਉਹ ਜਗਿਆਸੂ ਤਾਂ ਆਪ ਇੱਕ ਅਕ੍ਰੈ ਅਵਸਥਾ ਵਿੱਚ ਆਉਂਦਾ ਹੈ ਜਿੱਥੇ ਉਸ ਦਾ ਕੋਈ ਵਸ ਨਹੀਂ ਚੱਲਦਾ। ਇਹ ਸਭ ਕੁਝ ਪ੍ਰਭੂ ਪ੍ਰੀਤਮ ਦੀ ਰਜ਼ਾ ਅਨੁਸਾਰ ਹੀ ਚੱਲਦਾ ਹੈ। ਫਿਰ ਦੁਹਰਾ ਦੇਈਏ ਕਿ ਨਾਮ ਤੇ ਸਿਮਰਨ ਸੁੱਤੇ ਸਿੱਧ ਜਾਂ ਆਵੇਸ਼ ਦੀਆਂ ਉਹ ਪਰਿਸਥਿਤੀਆਂ ਹੁੰਦੀਆਂ ਹਨ ਜੋ ਉਸ ਪ੍ਰੇਰਨਾ ਦੀ ਸਵੱਛ ਚਾਂਦੀ ਧਾਰ ਨਾਲ ਜਾ ਜੁੜਦੀਆਂ ਹਨ ਅਤੇ ਜੋ ਉਸ ਵਿਅਕਤੀ ਨੂੰ ਉਹਨਾਂ ਗੁਰੂ ਆਤਮਾਵਾਂ ਨਾਲ ਜੋੜ ਦਿੰਦੀਆਂ ਹਨ ਜੋ ਉਹਨਾਂ ਦੇ ਤਨ ਤੇ ਮਨ ਨੂੰ ਮੱਲੀ ਬੈਠੇ ਹੁੰਦੇ ਹਨ। ਉਹ ਜਗਿਆਸੂ ਤਾਂ ਆਪ ਇੱਕ ਅਕ੍ਰਹਿ ਅਵਸਥਾ ਵਿੱਚ ਹੁੰਦਾ ਹੈ ਜਿੱਥੇ ਉਸ ਦਾ ਕੋਈ ਵਸ ਨਹੀਂ ਚੱਲਦਾ। ਇਹ ਸਭ ਕੁਝ ਪ੍ਰਭੂ ਪ੍ਰੀਤਮ ਦੀ ਰਜ਼ਾ ਅਨੁਸਾਰ ਹੀ ਚੱਲਦਾ ਹੈ। ਇਸ ਉਚੇਰੇ ਮੰਡਲ ਤੋਂ ਪ੍ਰਾਪਤ ਹੋਈ ਨਿਰੰਤਰ ਪ੍ਰੇਰਨਾ ਇਸ ਧਰਤੀ ਉੱਪਰ ਪ੍ਰੇਮ ਰੂਪ ਵਿੱਚ ਸਾਕਾਰ ਹੁੰਦੀ ਹੈ। ਮਨੁੱਖ ਦਾ ਇਹ ਆਤਮਿਕ ਚਰਿੱਤਰ ਪ੍ਰੇਰਨਾ ਦੇ ਇਸ ਅੰਤਰ ਪ੍ਰਵਾਹ ਦਾ ਪ੍ਰਭਾਵ ਮਾਤਰ ਹੀ ਹੁੰਦਾ ਹੈ। ਇਹ ਇਸ ਤਰ੍ਹਾਂ ਦੀ ਆਪ ਮੁਹਾਰੀ ਸਮਰਪਣ ਦੀ ਅਵਸਥਾ ਹੁੰਦੀ ਹੈ ਜਿਸ ਤਰ੍ਹਾਂ ਦਾ ਸਮਰਪਣ ਇੱਕ ਧਨ ਆਪਣੇ ਪਿਰ ਪ੍ਰਤੀ ਕਰਦੀ ਹੈ। ਇਸ ਪ੍ਰੇਰਨਾ ਦੇ ਪ੍ਰਵਾਹ ਵਿੱਚ ਉਤਰਾਅ ਚੜ੍ਹਾਅ ਵੀ ਆਉਂਦੇ ਰਹਿੰਦੇ ਹਨ। ਸਭ ਪ੍ਰਕਾਰ ਦੀ ਜੀਵਤ ਜਾਂ ਸਜੀਵ ਪ੍ਰੇਰਨਾ ਵਿੱਚ ਚੜ੍ਹਾਅ ਉਤਰਾਅ ਦੀ ਪ੍ਰਕਿਰਿਆ ਅਵਸ਼ ਵਾਪਰਦੀ ਹੈ। ਕਈ ਵਾਰ ਤਾਂ ਇਹ ਇੰਨੀ ਅਨਿਸ਼ਚਿਤ ਰੂਪ ਦੀ ਹੁੰਦੀ ਹੈ ਕਿ ਇਹ ਅਨੰਤ ਵਿੱਚ ਸਮਾ ਜਾਂਦੀ ਹੈ। ਕਈ ਵਾਰ ਇਹ ਚੂਨੇ ਪੱਥਰ ਦੀ ਬੱਜਰ ਚਟਾਨ ਵਰਗੀ ਸਖਤ ਹੁੰਦੀ ਹੈ। ਕਈ ਵਾਰ ਇਹ ਤਲਵਾਰ ਦੀ ਚਮਕਾਰ ਸਮਾਨ ਅੰਧਕਾਰ ਦਾ ਨਾਸ਼ ਕਰਨ ਵਾਲੀ ਹੁੰਦੀ ਹੈ। ਅਜਿਹੀ ਜਗਿਆਸੂ ਆਤਮਾ ਦੀ ਸਭ ਇੱਕ ਹੈ ਦੇ ਨੀਰਸ ਦਾਰਸ਼ਨਿਕ ਸੂਤਰ ਵਿੱਚ ਕੋਈ ਰੁਚੀ ਨਹੀਂ ਹੁੰਦੀ। ਇੱਕ ਜੀਵਤ ਵਿਅਕਤੀ ਲਈ ਇਹ ਬੜੀ ਨਿਗੂਣੀ ਜੀ ਗੱਲ ਹੈ ਕਿ ਅੰਤਮ ਯਥਾਰਥ ਏਕ ਹੈ ਜਾਂ ਅਨੇਕ। ਨਾਮ ਤੇ ਸਿਮਰਨ ਵਾਲਾ ਵਿਅਕਤੀ ਪ੍ਰਾਭੌਤਿਕ ਅਨੁਮਾਨਾਂ ਜਾਂ ਸਿਧਾਂਤਾਂ ਦੇ ਝੰਜਟ ਵਿੱਚ ਨਹੀਂ ਪੈਂਦਾ। ਉਹ ਤਾਂ ਅਨੁਭਵ ਕਰਦਾ ਹੈ ਕਿ ਇਹਨਾਂ ਅਮੂਰਤ ਸੰਕਲਪਾਂ ਦੇ ਗੇੜ ਵਿੱਚ ਫਸ ਕੇ ਉਸ ਦੀ ਅਲਪ ਆਯੂ ਹੋਰ ਵੀ ਛੋਟੀ ਹੋ ਜਾਵੇਗੀ। ਇਹ ਜੀਵਨ ਦਾ ਅਵਸਰ ਤਾਂ ਜੀਵਨ ਦੇ ਦੈਵੀ ਸੰਗੀਤ ਨੂੰ ਸਿੱਖਣ ਲਈ ਪ੍ਰਾਪਤ ਹੋਇਆ ਹੈ ਜਿਸ ਲਈ ਕਠਿਨ ਅਭਿਆਸ ਕਰਨਾ ਪੈਂਦਾ ਹੈ ਤੇ ਇਸ ਉਦੇਸ਼ ਦੀ ਪ੍ਰਾਪਤੀ ਲਈ ਕਲਾਧਾਰੀ ਨਿਪੁੰਨਤਾ ਤੱਕ ਪੁੱਜਣ ਦੀ ਲੋੜ ਹੈ। ਗੁਰਮਤਿ ਦੇ ਵਿਧਾਨ ਅਨੁਸਾਰ ਨਾਮ ਤੇ ਸਿਮਰਨ ਪ੍ਰੇਰਨਾ ਦੇ ਹੀ ਪ੍ਰਤੀਫਲ ਹਨ ਅਤੇ ਕੋਈ ਵੀ ਕਿਆਸੀ ਅਨੁਮਾਨ ਨਹੀਂ ਹਨ। ਇਹ ਤਾਂ ਆਤਮਾ ਦੀ ਸੁਤੰਤਰਤਾ ਤੱਕ ਪੁੱਜਣ ਦੀ ਉਹ ਪ੍ਰਕਿਰਿਆ ਹੈ ਜਿਸ ਨੂੰ ਕੋਈ ਵਿਅਕਤੀ ਅਸ਼ੰਕ ਰੂਪ ਵਿੱਚ ਤਾਂ ਇਸ ਲੋਕ ਵਿੱਚ ਹੀ ਪ੍ਰਾਪਤ ਕਰ ਸਕਦਾ ਹੈ, ਪਰ ਸੰਪੂਰਨ ਰੂਪ ਵਿੱਚ ਇਹ ਅਵਸਥਾ ਮੌਤ ਪਿੱਛੋਂ ਪਰਲੋਕ ਵਿੱਚ ਉਸ ਅਧਿਆਤਮਕ ਮੰਡਲ ਵਿੱਚ ਪ੍ਰਵੇਸ਼ ਕਰਕੇ ਹੀ ਪ੍ਰਾਪਤ ਹੁੰਦੀ ਹੈ ਜਿੱਥੇ 10 ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਭਗਤ ਜਨ ਸੁਭਾਇਮਾਨ ਹਨ। ਹਾਂਜੀ, ਫਿਰ ਦੁਹਰਾ ਦਈਏ, ਗੁਰਮਤਿ ਦੇ ਵਿਧਾਨ ਅਨੁਸਾਰ ਨਾਮ ਤੇ ਸਿਮਰਨ ਪ੍ਰੇਰਨਾ ਦੇ ਹੀ ਪ੍ਰਤੀਫਲ ਹਨ ਅਤੇ ਇਹ ਕੋਈ ਕਿਆਸੀ ਅਨੁਮਾਨ ਨਹੀਂ ਹਨ। ਇਹ ਤਾਂ ਆਤਮਾ ਦੀ ਸੁਤੰਤਰਤਾ ਤੱਕ ਪੁੱਜਣ ਦੀ ਉਹ ਪ੍ਰਕਿਰਿਆ ਹੈ ਜਿਸ ਨੂੰ ਕੋਈ ਵਿਅਕਤੀ ਅਸ਼ੰਕ ਰੂਪ ਵਿੱਚ ਤਾਂ ਇਸ ਲੋਕ ਵਿੱਚ ਹੀ ਪ੍ਰਾਪਤ ਕਰ ਸਕਦਾ ਹੈ, ਪਰ ਸੰਪੂਰਨ ਰੂਪ ਵਿੱਚ ਇਹ ਅਵਸਥਾ ਮੌਤ ਪਿੱਛੋਂ ਪਰਲੋਕ ਵਿੱਚ ਉਸ ਅਧਿਆਤਮਕ ਮੰਡਲ ਵਿੱਚ ਪ੍ਰਵੇਸ਼ ਕਰਕੇ ਹੀ ਪ੍ਰਾਪਤ ਹੁੰਦੀ ਹੈ ਜਿੱਥੇ 10 ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਭਗਤ ਜਨ ਸੁਭਾਇਮਾਨ ਹਨ। ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਸਾਡੇ ਸੰਸਾਰ ਤੋਂ ਬਿਨਾਂ ਕੋਈ ਹੋਰ ਵੀ ਮੁਕਤਗਾਮੀ ਸੰਸਾਰ ਹੈ ਜੋ ਕਿਸੇ ਨਿਰਵਿਸ਼ੇਸ਼ ਦੇਸ਼ ਤੋਂ ਬਿਨਾਂ ਇੱਥੇ ਹੀ ਸਾਡੇ ਅੰਦਰ ਵਿਆਪਕ ਹੈ। ਉਹਨਾਂ ਸ਼ਕਤੀਸ਼ਾਲੀ ਰੱਖਣਹਾਰਿਆਂ ਨਾਲ ਸੰਬੰਧ ਸਥਾਪਿਤ ਹੋ ਜਾਂਦੇ ਹਨ ਜੋ ਉਸ ਅਦ੍ਰਿਸ਼ਟ ਪ੍ਰਕਾਸ਼ ਮੰਡਲ ਤੇ ਉਸ ਸਮੇਂ ਵਿੱਚ ਵਿਚਰ ਰਹੇ ਹਨ ਜਿਸ ਨੂੰ ਅਸੀਂ ਅਕਾਲ ਕਹਿੰਦੇ ਹਾਂ। ਫਿਰ ਦੁਹਰਾ ਦਈਏ, ਸਾਨੂੰ ਇਹ ਮੰਨ ਕੇ ਤੁਰਨਾ ਚਾਹੀਦਾ ਹੈ ਕਿ ਸਾਡੇ ਸੰਸਾਰ ਤੋਂ ਬਿਨਾਂ ਕੋਈ ਹੋਰ ਵੀ ਮੁਕਤਗਾਮੀ ਸੰਸਾਰ ਹੈ ਜੋ ਕਿਸੇ ਨਿਰਵਿਸ਼ੇਸ਼ ਦੇਸ਼ ਤੋਂ ਬਿਨਾਂ ਇੱਥੇ ਹੀ ਸਾਡੇ ਅੰਦਰ ਵਿਆਪਕ ਹੈ। ਉਹਨਾਂ ਸ਼ਕਤੀਸ਼ਾਲੀ ਰੱਖਣਹਾਰਿਆਂ ਨਾਲ ਸੰਬੰਧ ਸਥਾਪਿਤ ਹੋ ਜਾਂਦੇ ਹਨ ਜੋ ਉਸ ਅਦ੍ਰਿਸ਼ਟ ਪ੍ਰਕਾਸ਼ ਮੰਡਲ ਤੇ ਉਸ ਸਮੇਂ ਵਿੱਚ ਵਿਚਰ ਰਹੇ ਹਨ ਜਿਸ ਨੂੰ ਅਸੀਂ ਅਕਾਲ ਕਹਿੰਦੇ ਹਾਂ। ਆਤਮਾਵਾਂ ਦੇ ਪੀਂਘ ਹੁਲਾਰਿਆਂ ਵਿੱਚ ਇਹ ਕੁਝ ਵਿਸ਼ੇਸ਼ ਚੋਣ ਤੇ ਉਦਾਤੀਕਰਨ ਦਾ ਵਰਤਾਰਾ ਹੁੰਦਾ ਹੈ।
ਗੁਰੂ ਜੀ ਦਾ ਕਥਨ ਹੈ ਕਿ ਨਾਮ ਤਾਂ ਗੁਰੂ ਦਾ ਪ੍ਰਸਾਦ ਕਰਮ ਹੈ। ਕਈਆਂ ਨੂੰ ਤਾਂ ਇਹ ਗੂੜੀ ਨੀਂਦੇ ਸੁੱਤਿਆਂ ਹੀ ਪ੍ਰਾਪਤ ਹੋ ਜਾਂਦਾ ਹੈ। ਗੁਰੂ ਆਪ ਆ ਕੇ ਸੁੱਤਿਆਂ ਨੂੰ ਜਗਾ ਦਿੰਦਾ ਹੈ ਤੇ ਉਹਨਾਂ ਦੇ ਮੁਖ ਵਿੱਚ ਨਾਮ ਅੰਮ੍ਰਿਤ ਦੀਆਂ ਘੁੱਟਾਂ ਪਾਉਂਦਾ ਹੈ। ਪਰ ਦੂਜਿਆਂ ਨੂੰ ਜਿਹੜੇ ਆਪਣੇ ਆਪ ਨੂੰ ਜਾਗਦੇ ਹੋਏ ਤੇ ਇਸ ਵਿਧਾਨ ਤੋਂ ਜਾਣੂ ਸਮਝਦੇ ਹਨ, ਉਹਨਾਂ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਇਸ ਲਈ ਗੁਰੂ ਜੀ ਦਾ ਫਰਮਾਨ ਹੈ ਕਿ ਉਹ ਵਿਅਕਤੀ ਹੀ ਗੁਰਮੁਖ ਹੁੰਦਾ ਹੈ ਜਿਸ ਦਾ ਮੁਖ ਗੁਰੂ ਦੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਲਈ ਸਦਾ ਖੁੱਲਾ ਰਹਿੰਦਾ ਹੈ। ਫਿਰ ਦੁਹਰਾ ਦੇਈਏ, ਗੁਰੂ ਜੀ ਦਾ ਕਥਨ ਹੈ ਕਿ ਨਾਮ ਤਾਂ ਗੁਰੂ ਦਾ ਪ੍ਰਸਾਦ ਕਰਮ ਹੈ। ਕਈਆਂ ਨੂੰ ਤਾਂ ਇਹ ਗੂੜੀ ਨੀਂਦੇ ਸੁੱਤਿਆਂ ਹੀ ਪ੍ਰਾਪਤ ਹੋ ਜਾਂਦਾ ਹੈ। ਗੁਰੂ ਆਪ ਆ ਕੇ ਸੁੱਤਿਆਂ ਨੂੰ ਜਗਾ ਦਿੰਦਾ ਹੈ ਤੇ ਉਹਨਾਂ ਦੇ ਮੁਖ ਵਿੱਚ ਨਾਮ ਅੰਮ੍ਰਿਤ ਦੀਆਂ ਘੁੱਟਾਂ ਪਾਉਂਦਾ ਹੈ। ਪਰ ਦੂਜਿਆਂ ਨੂੰ ਜਿਹੜੇ ਆਪਣੇ ਆਪ ਨੂੰ ਜਾਗਦੇ ਹੋਏ ਤੇ ਇਸ ਵਿਧਾਨ ਤੋਂ ਜਾਣੂ ਸਮਝਦੇ ਹਨ, ਉਹਨਾਂ ਨੂੰ ਇਹ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਇਸ ਲਈ ਗੁਰੂ ਜੀ ਦਾ ਫਰਮਾਨ ਹੈ ਕਿ ਉਹ ਵਿਅਕਤੀ ਹੀ ਗੁਰਮੁਖ ਹੁੰਦਾ ਹੈ ਜਿਸ ਦਾ ਮੁਖ ਗੁਰੂ ਦੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਲਈ ਸਦਾ ਖੁੱਲਾ ਰਹਿੰਦਾ ਹੈ। ਸ਼ਬਦ ਬ੍ਰਹਮ ਦੀ ਇਹ ਹੋਂਦ ਜੋ ਕਿ ਦੇਹ ਰੂਪ ਵਿੱਚ ਸਥਿਤ ਹੁੰਦੀ ਹੈ, ਪਦਾਰਥਕ ਹੁੰਦੀ ਹੋਈ ਵੀ ਅਪਦਾਰਥਕ ਹੁੰਦੀ ਹੈ। ਇਹ ਇੱਕ ਤਰ੍ਹਾਂ ਦਾ ਮਿਕਨਾਤੀਸੀ ਬਿਜਲਾਣੂ ਬਿੰਦੂ ਹੁੰਦਾ ਹੈ। ਇਹ ਤਾਂ ਉਹ ਧੁਰਾ ਹੁੰਦਾ ਹੈ ਜਿਸ ਦੇ ਦੁਆਲੇ ਸੂਰਜ ਮੰਡਲ ਦੇ ਪਰਮਾਣੂ ਸਮਾਨ ਸਿਰਜਨਾਤਮਕ ਪ੍ਰਕਿਰਿਆ ਚਲਦੀ ਰਹਿੰਦੀ ਹੈ। 10 ਗੁਰੂ ਸਾਹਿਬਾਨ ਦੇ ਜੀਵਨ ਸਮਾਚਾਰਾਂ ਤੋਂ ਇਹ ਗੱਲ ਪ੍ਰਤੱਖ ਰੂਪ ਵਿੱਚ ਸਿੱਧ ਹੋ ਜਾਂਦੀ ਹੈ ਕਿ ਮਨੁੱਖ ਰੂਪ ਵਿੱਚ ਆਪ ਵਿਵਹਾਰਕ ਤੌਰ ਤੇ ਮਨੁੱਖਾਂ ਵਾਂਗ ਅਰਥਾਤ ਸਿੱਖਾਂ ਵਾਂਗ ਹੀ ਵਿਚਰਦੇ ਰਹੇ। ਸਭ ਗੁਰੂ ਸਾਹਿਬਾਨ ਨੇ ਕਿਸੇ ਵਿਅਕਤੀ ਰੂਪ ਵਿੱਚ ਵਿਆਪਕ ਗੁਰੂ ਦੀ ਆਤਮਾ ਦਾ ਸਤਿਕਾਰ ਕੀਤਾ ਹੈ। ਆਪ ਨੇ ਇਸ ਗੁਰੂ ਆਤਮਾ ਨੂੰ ਸਾਧ ਸੰਗਤ, ਗੁਰਬਾਣੀ ਅਤੇ ਸ਼ਬਦ ਵਿੱਚ ਹੀ ਵਿਦਮਾਨ ਮੰਨਿਆ ਹੈ। ਇਹ ਇੱਕ ਅਦੁੱਤੀ ਗੱਲ ਹੈ। ਬੁੱਧ ਮਤ ਵਾਂਗ ਸਿੱਖ ਮਤ ਵੀ ਇੱਕ ਜੀਵਨ ਜੁਗਤ ਜਾਂ ਕਲਾ ਹੈ। ਕੋਈ ਵੀ ਵਿਅਕਤੀ ਕਿਸੇ ਨਾ ਕਿਸੇ ਦਿਨ ਬੋਧੀਤਵ ਜਾਂ ਗੁਰੂਤਵ ਨੂੰ ਪ੍ਰਾਪਤ ਕਰ ਸਕਦਾ ਹੈ। ਸਿੱਖ ਮਤ ਵਿੱਚ ਜੀਵਨ ਨੂੰ ਕਲਾ ਧਾਰੀ ਕਰਮ ਦੇ ਰੂਪ ਵਿੱਚ ਪ੍ਰਵਾਨ ਕੀਤਾ ਗਿਆ ਹੈ। ਇਹ ਜੀਵਨ ਦੇ ਪਰਾਭੌਤਿਕ ਸੰਕਲਪਾਂ ਤੋਂ ਵੱਖਰੀ ਧਾਰਨਾ ਹੈ ਜਿਨ੍ਹਾਂ ਨੂੰ ਕੇਵਲ ਭਰਮ ਜਾਲ ਹੀ ਮੰਨਿਆ ਗਿਆ ਹੈ ਅਤੇ ਜੋ ਯਥਾਰਥ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬ੍ਰਹਮ ਅਤੇ ਪਾਰ ਬ੍ਰਹਮ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ। ਪਰ ਜਿਵੇਂ ਕਿ ਕਨਿੰਗਮ ਦਾ ਮਤ ਹੈ, ਇਹ ਕੇਵਲ ਦ੍ਰਿਸ਼ਟਾਂਤ ਮਾਤਰ ਹੀ ਹੈ। ਇਸੇ ਤਰ੍ਹਾਂ ਬ੍ਰਾਹਮਣ ਮਤ ਦੀ ਦੇਵਮਾਲਾ ਦੇ ਬਹੁਤ ਸਾਰੇ ਦੇਵੀ ਦੇਵਤਿਆਂ ਦੇ ਨਾਮਾਂ ਦਾ ਵੀ ਵਰਣਨ ਮਿਲ ਜਾਂਦਾ ਹੈ। 52 ਅੱਖਰੀ ਵਿੱਚ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਸ੍ਰਿਸ਼ਟੀ ਦਾ ਜੋ ਇਹ ਵਿਸ਼ਾਲ ਅੱਖਰ ਅਸੀਂ ਵੇਖ ਰਹੇ ਹਾਂ, ਇਹ ਉਹੀ ਸ਼ੁੱਧ ਪਾਰ ਬ੍ਰਹਮ ਹੈ। ਸਿਮਰਨ ਵੀ ਜਦੋਂ ਸੰਚਿਤ ਕੀਤਾ ਜਾਂਦਾ ਹੈ ਤਾਂ ਇਸ ਦਾ ਮਨੁੱਖ ਦੇ ਵਿਅਕਤਿਤਵ ਉੱਤੇ ਕੀਮਿਆਗਰੀ ਵਾਲਾ ਕਰਾਮਾਤੀ ਪ੍ਰਭਾਵ ਪੈਂਦਾ ਹੈ। ਇਹ ਪ੍ਰਭਾਵ ਪ੍ਰਾਕਿਰਤਕ ਵਸਤਾਂ ਉੱਪਰ ਵੀ ਪੈਂਦਾ ਹੈ। ਜੁਗਾ ਜੁਗਾਂਤਰਾਂ ਦੀ ਸਿੰਚਿਤ ਭਗਤੀ ਸਾਧਨਾ ਜਦੋਂ ਗਿਰਜਾਂ ਘਰਾਂ ਤੇ ਮੰਦਰਾਂ ਵਿੱਚ ਕਲਾ ਜਾਂ ਦਇਆ ਦੇ ਪ੍ਰਗਟਾਵ ਦਾ ਰੂਪ ਧਾਰਨ ਕਰਦੀ ਹੈ ਤਾਂ ਕੌਮਾਂ ਦਾ ਜੀਵਨ ਜਗਮਗਾ ਉੱਠਦਾ ਹੈ। ਗੁਰਮਤਿ ਅਨੁਸਾਰ ਸਿਮਰਨ ਉਹ ਭਾਵਨਾ ਹੈ ਜੋ ਤਿਲ ਤਿਲ ਕਰਕੇ ਸਿੰਚਿਤ ਹੁੰਦੀ ਹੈ, ਪਰ ਜੋ ਚਾਣਚੱਕ ਹੀ ਅਜਿਹੀ ਕਲਾ ਧਾਰੀ ਸਿਰਜਣਾ ਕਰ ਜਾਂਦੀ ਹੈ ਜਿਸ ਦੁਆਰਾ ਮਨੁੱਖ ਤੇ ਪ੍ਰਕਿਰਤੀ ਦੋਵਾਂ ਦਾ ਹੀ ਦੈਵੀਕਰਨ ਹੋ ਜਾਂਦਾ ਹੈ। ਫਿਰ ਦੁਹਰਾ ਦੇਈਏ, ਗੁਰਮਤਿ ਅਨੁਸਾਰ ਸਿਮਰਨ ਉਹ ਭਾਵਨਾ ਹੈ ਜੋ ਤਿਲ ਤਿਲ ਕਰਕੇ ਸੰਚਿਤ ਹੁੰਦੀ ਹੈ, ਪਰ ਜੋ ਚਾਣਚੱਕ ਹੀ ਅਜਿਹੀ ਕਲਾ ਧਾਰੀ ਸਿਰਜਣਾ ਕਰ ਜਾਂਦੀ ਹੈ ਜਿਸ ਦੁਆਰਾ ਮਨੁੱਖ ਤੇ ਪ੍ਰਕਿਰਤੀ ਦੋਵਾਂ ਦਾ ਹੀ ਦੈਵੀਕਰਨ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।